हाँ जी, गुड मॉर्निंग 10th क्लास। ਅੱਜ ਅਸੀਂ ਆਪਣੀ ਬੁੱਕ ਹੈ ਫੁੱਟਪ੍ਰਿੰਟਸ ਵਿਦਆਊਟ ਫੀਟ, ਉਸ ਬੁੱਕ 'ਚੋਂ ਆਪਾਂ 6th ਲੈਸਨ ਪੜ੍ਹਾਂਗੇ। ਲੈਸਨ ਦਾ ਨਾਮ ਹੈ ਦ ਮੇਕਿੰਗ ਆਫ ਅ ਸਾਇੰਟਿਸਟ। ਠੀਕ ਹੈ ਜੀ, ਇਹਦੇ ਬਾਰੇ ਪੜ੍ਹਦੇ ਹਾਂ ਅਸੀਂ ਇਸ ਲੈਸਨ 'ਚ। ਦ ਮੇਕਿੰਗ ਆਫ ਸਾਇੰਟਿਸਟ, ਵੀ ਸਾਇੰਟਿਸਟ ਕਿਵੇਂ ਬਣਿਆ। ਠੀਕ ਹੈ। ਐਟ ਦ ਏਜ ਆਫ 22 ਅ ਫਾਰਮਰ ਸਕਾਊਟ ਆਫ ਦ ਈਅਰ excited the scientific world with a new theory on how cells work। ਤਾਂ 22 ਸਾਲ ਦੀ ਏਜ ਦੇ ਵਿੱਚ ਅ ਫਾਰਮਰ ਸਕਾਊਟ ਆਫ ਦ ਈਅਰ ਹੁੰਦਾ ਸਕੂਲ ਦੇ ਵਿੱਚ, ਜਿਵੇਂ ਆਪਾਂ ਹਾਊਸ ਵਗੈਰਾ ਬਣੇ ਹੁੰਦੇ ਆ। ਠੀਕ ਹੈ, ਸਮਾਜ ਭਲਾਈ ਲਈ ਕੰਮ ਕਰਨਾ। ਠੀਕ ਹੈ, ਉਹਦੇ ਵਿੱਚ ਕੋਈ ਬੱਚਾ ਸੀਗਾ ਐਕਸਾਈਟਡ ਸੀਗਾ ਸਾਇੰਸ ਦੇ ਨਵੀਂ ਦੁਨੀਆ ਦੇ ਲਈ, ਸਾਇੰਸ ਦੀ ਨਵੀਂ ਦੁਨੀਆ ਵਿੱਚੋਂ ਕੁਛ ਸਿੱਖਣ ਦੇ ਲਈ ਕਿ ਹਾਊ ਸੈਲਜ਼ ਵਰਕ, ਸੈੱਲ ਕਿਵੇਂ ਵਰਕ ਕਰਦੇ ਆ। Richard H. E. Bright and his college roommate explained the theory in an article in the Proceedings of the National Academy of the Science। ਰਿਚਰਡ ਬਰਾਈਟ ਅਤੇ ਉਹਦਾ ਇੱਕ ਕਾਲਜ ਰੂਮਮੇਟ ਸੀ, ਉਹਨਾਂ ਨੇ ਇੱਕ ਥਿਊਰੀ ਸੀਗੀ ਐਕਸਪਲੇਨ ਕੀਤੀ ਸੀਗੀ ਨੈਸ਼ਨਲ ਅਕੈਡਮੀ ਆਫ ਸਾਇੰਸ ਦੇ ਵਿੱਚ। ਠੀਕ ਹੈ, ਇਟ ਵਾਜ਼ ਦ ਫਸਟ ਟਾਈਮ ਦਿਸ ਇੰਪੋਰਟੈਂਟ ਸਾਇੰਟੀਫਿਕ ਜਰਨਲ ਹੈਡ ਐਵਰ ਪਬਲਿਸ਼ਡ ਦ ਵਰਕ ਆਫ ਕਾਲਜ ਸਟੂਡੈਂਟਸ। ਤਾਂ ਇਹ ਪਹਿਲਾ ਟਾਈਮ ਸੀਗਾ, ਪਹਿਲੀ ਵਾਰ ਹੋਇਆ ਸੀ ਕਿ ਸਕੂਲ ਦੇ ਕਿਸੇ ਵੀ ਸਟੂਡੈਂਟ ਦਾ ਆਰਟੀਕਲ ਛਪਿਆ ਸੀ। ਨਹੀਂ ਤਾਂ ਉਹਨਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬਹੁਤ ਜ਼ਿਆਦਾ ਵਿਦਵਾਨ ਲੋਕ ਹੁੰਦੇ ਆ, ਫਿਲੋਸਫਰ ਹੁੰਦੇ ਆ, ਉਹਨਾਂ ਦੇ ਆਰਟੀਕਲਸ ਹੀ ਛਪਦੇ ਸੀ। ਇਨ ਸਪੋਰਟਸ ਦੈਟ ਵੁੱਡ ਬੀ ਲਾਈਕ ਦ ਮੇਕਿੰਗ ਆਫ ਬਿਗ ਲੀਗਸ ਐਟ ਦ ਏਜ ਆਫ 15 ਐਂਡ ਹਿਟਿੰਗ ਅ ਹੋਮ ਰਨ ਯੋਰ ਫਸਟ ਟਾਈਮ ਐਟ ਦ ਬੈਟ। ਤਾਂ ਇਸ ਤਰ੍ਹਾਂ ਲੱਗਿਆ ਸੀ ਜਿਵੇਂ 15 ਸਾਲ ਦੀ ਏਜ ਦੇ ਵਿੱਚ ਤੁਸੀਂ ਇੱਕ ਬਹੁਤ ਵੱਡੀ ਲੀਗ, ਇੱਕ ਬਹੁਤ ਵੱਡੇ ਟੂਰਨਾਮੈਂਟ ਦੇ ਵਿੱਚ ਇੱਕ ਹਿੱਟ ਲਗਾਉਂਦੇ ਹੋ ਜਮਾਂ ਬਿਲਕੁਲ ਫਸਟ ਟਾਈਮ ਆਪਣੇ ਬੈਟ ਦੇ ਨਾਲ। ਫॉर ਰਿਚਰਡ ਐਬਰਾਈਟ, ਰਿਚਰਡ ਐਬਰਾਈਟ ਦੇ ਲਈ ਕੀ ਸੀ, ਇਟ ਵਾਜ਼ ਅ ਫਸਟ ਇਨ ਅ ਲੌਂਗ ਸਟਰਿੰਗ ਆਫ ਅਚੀਵਮੈਂਟਸ ਇਨ ਸਾਇੰਸ ਐਂਡ ਅਦਰ ਫੀਲਡਸ। ਤਾਂ ਕੋਈ ਵੀ ਹੋਰ ਫੀਲਡ ਜਾਂ ਸਾਇੰਸ ਦੀ ਫੀਲਡ ਜਿਹੜੀ ਵੀ ਸੀ, ਰਿਚਰਡ ਐਬਰਾਈਟ ਦੇ ਲਈ ਬਿਲਕੁਲ ਫਸਟ ਐਕਸਪੀਰੀਅੰਸ ਸੀ। ਐਂਡ ਇਟ ਆਲ ਸਟਾਰਟਡ ਵਿਦ ਬਟਰਫਲਾਈਜ਼। ਅਤੇ ਇਹ ਕਾਹਦੇ ਨਾਲ ਸਟਾਰਟ ਹੋਇਆ ਸੀ, ਬਟਰਫਲਾਈਜ਼ ਦੇ ਨਾਲ, ਤਿਤਲੀਆਂ ਦੇ ਨਾਲ। ਐਂਡ ਓਨਲੀ ਚਾਈਲਡ ਇਬਰਾਈਟ ਗ੍ਰਿਊ ਅਪ ਨੌਰਥ ਆਫ ਰੀਡਿੰਗ ਪੈਨਸਿਲਵਾਨੀਆ। ਤਾਂ ਇੱਕ ਓਨਲੀ ਚਾਈਲਡ, ਉਹ ਆਪਣੇ ਬੱਚੇ ਮਾਂ ਪਿਓ ਦਾ ਇਕਲੌਤਾ ਬੇਟਾ ਸੀ ਜਿਹੜਾ ਕਿ ਰੀਡਿੰਗ ਇੱਕ ਸਿਟੀ ਦਾ ਨਾਮ ਹੈ ਅਤੇ ਪੈਨਸਿਲਵਾਨੀਆ ਇੱਕ ਸਟੇਟ ਦਾ ਨਾਮ ਹੈ ਅਮਰੀਕਾ ਦੇ ਵਿੱਚ, ਉੱਥੇ ਇਹਦੀ ਗਰੋਥ ਹੋਈ ਸੀ, ਉੱਥੇ ਵੱਡਾ ਹੋਇਆ ਸੀ। ਦੇਅਰ ਵਾਜ਼ ਨੋਟ ਮੱਚ ਆਈ ਕੁਡ ਡੂ ਦੇਅਰ, ਹੀ ਸੈਡ। ਕਹਿੰਦੇ ਇੱਥੇ ਕੋਈ ਵੱਡੀ ਚੀਜ਼ ਨਹੀਂ ਜਿਹੜੀ ਮੈਂ ਕਰ ਸਕਦਾ, ਉਸਨੇ ਕਿਹਾ। ਆਈ ਸਰਟਨਲੀ ਕੁਡ ਨੋਟ ਪਲੇ ਫੁੱਟਬਾਲ ਔਰ ਬੇਸਬਾਲ ਵਿਦ ਅ ਟੀਮ ਆਫ 1। ਨਾ ਮੈਂ ਬੇਸਬਾਲ ਖੇਡ ਸਕਦਾ, ਨਾ ਮੈਂ ਫੁੱਟਬਾਲ ਖੇਡ ਸਕਦਾ ਆਪਣੇ ਇਕੱਲੇ ਦੀ ਇੱਕ ਟੀਮ ਦੇ ਨਾਲ, ਵੀ ਮਤਲਬ ਇੱਕ ਬੰਦੇ ਦੇ ਨਾਲ। ਬਟ ਦੇਅਰ ਵਾਜ਼ ਵਨ ਥਿੰਗ ਹੀ ਕੁਡ ਡੂ ਕਲੈਕਟ ਥਿੰਗਸ। ਪਰ ਇੱਕ ਚੀਜ਼ ਸੀ ਜਿਹੜੀ ਉਹ ਕਰ ਸਕਦਾ ਸੀ, ਚੀਜ਼ਾਂ ਨੂੰ ਕਲੈਕਟ ਕਰਨਾ। ਸੋ ਹੀ ਡਿਡ ਐਂਡ ਡਿਡ ਹੀ ਐਵਰ ਬਿਗਨਿੰਗ ਇਨ ਕਿੰਡਰਗਾਰਟਨ। ਤਾਂ ਇੱਕ ਚੀਜ਼ ਸੀ ਜਿਹੜੀ ਉਹਨੇ ਕੀਤੀ ਅਤੇ ਕਰ ਵੀ ਸਕਿਆ ਕਿੰਡਰਗਾਰਟਨ ਦੇ ਵਿੱਚ, ਇਹ ਵੀ ਸਿਟੀ ਦਾ ਨਾਮ ਹੈ। ਐਬਰਾਈਟ ਕਲੈਕਟਡ ਬਟਰਫਲਾਈਜ਼ ਵਿਦ ਦ ਸੇਮ ਡਿਟਰਮੀਨੇਸ਼ਨ ਦੈਟ ਹੈਜ਼ ਮਾਰਕਡ ਆਲ ਹਿਜ਼ ਐਕਟੀਵਿਟੀਜ਼। ਤਾਂ ਐਬਰਾਈਟ ਨੇ ਕੀ ਕੀਤਾ, ਬਟਰਫਲਾਈਜ਼ ਕਲੈਕਟ ਕੀਤੀਆਂ। ਤਾਂ ਉਹ ਬਹੁਤ ਹੀ ਜ਼ਿਆਦਾ ਡਿਟਰਮੀਨੇਸ਼ਨ ਦੇ ਨਾਲ ਆਪਣਾ ਕੰਮ ਕਰਦਾ ਸੀ, ਜੋ ਵੀ ਐਕਟੀਵਿਟੀ ਕਰਦਾ ਸੀ। ਹੀ ਆਲਸੋ ਕਲੈਕਟਡ ਰੌਕਸ, ਫੋਸਿਲਸ ਐਂਡ ਕੋਇਨਸ। ਉਹਨੇ ਕੀ ਕੁਛ ਕਲੈਕਟ ਕੀਤਾ, ਰੌਕਸ ਕਲੈਕਟ ਕੀਤੇ, ਫੋਸਿਲਸ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੁਰਾਣੇ ਜਾਨਵਰ ਹੁੰਦੇ, ਮਿੱਟੀ ਦੇ ਕੁਛ ਨਾ ਕੁਛ ਦੱਬਿਆ ਰਹਿ ਜਾਂਦੇ, ਉਹਨਾਂ ਨੂੰ ਕਲੈਕਟ ਕੀਤਾ, ਕੋਇਨਸ ਕਲੈਕਟ ਕੀਤੇ। ਹੀ ਬਿਕਮ ਐਨ ਈਗਰ ਐਸਟਰੋਨੋਮਰ ਟੂ ਸਮਟਾਈਮਜ਼ ਸਟਾਰ ਗੇਜ਼ਿੰਗ ਆਲ ਨਾਈਟ। ਤਾਂ ਉਹ ਇੱਕ ਐਸਟਰੋਨੋਮਰ ਵੀ ਬਣਿਆ। ਐਸਟਰੋਨੋਮਰ ਹੁੰਦੇ ਜਿਹੜੇ ਸਟਾਰਸ ਦੀ ਸਟੱਡੀ ਕਰਦੇ ਆ, ਠੀਕ ਹੈ, ਚੰਦ ਤਾਰਿਆਂ ਦੀ ਸਟੱਡੀ ਕਰਦੇ ਆ। ਤਾਂ ਕਿਉਂਕਿ ਲਗਾਤਾਰ ਰਾਤ ਨੂੰ ਸਟਾਰਸ ਦੇਖਦਾ ਰਹਿੰਦਾ ਸੀ। ਫਰੋਮ ਦਾ ਫਸਟ ਹੀ ਹੈਡ ਅ ਡਰਾਈਵਿੰਗ ਕਿਊਰੀਓਸਿਟੀ ਅਲੋਂਗ ਵਿਦ ਅ ਬਰਾਈਟ ਮਾਈਂਡ। ਤਾਂ ਉਹਦੇ ਵਿੱਚ ਕੁਛ ਨਾ ਕੁਛ ਜਾਣਨ ਦੀ ਇੱਛਾ ਸੀ ਕਿਉਂਕਿ ਉਹਦਾ ਦਿਮਾਗ ਬਹੁਤ ਜ਼ਿਆਦਾ ਬਰਾਈਟ ਸੀ। ਹੀ ਆਲਸੋ ਹੈਡ ਅ ਮਦਰ ਹੂ ਇਨਕੈਰੇਜਡ ਹਿਜ਼ ਇੰਟਰਸਟ ਇਨ ਲਰਨਿੰਗ। ਉਹਦੇ ਕੋਲ ਇੱਕ ਉਹਦੀ ਮੰਮੀ ਵੀ ਸੀ ਜਿਹੜੀ ਕਿ ਉਹਨੂੰ ਹਮੇਸ਼ਾ ਇਨਕੈਰੇਜ ਕਰਦੀ ਸੀ, ਹੌਸਲਾ ਦਿੰਦੀ ਸੀ ਕੁਛ ਸਿੱਖਣ ਦੇ ਲਈ। ਸ਼ੀ ਟੁੱਕ ਹਿਮ ਔਨ ਟ੍ਰਿਪਸ, ਉਹਨਾਂ ਨੂੰ ਟ੍ਰਿਪ 'ਤੇ ਲੈ ਕੇ ਜਾਂਦੀ ਸੀ ਉਹਨੂੰ। ਅਬਾਊਟ ਹਿਮ ਟੈਲੀਸਕੋਪਸ ਲੈ ਕੇ ਦਿੰਦੀ ਸੀ, ਮਾਈਕਰੋਸਕੋਪਸ, ਕੈਮਰਾਜ਼, ਮਾਊਂਟਿੰਗ ਮੈਟੀਰੀਅਲਸ ਐਂਡ ਅਦਰ ਇਕੁਇਪਮੈਂਟ ਐਂਡ ਹੈਲਪਡ ਹਿਮ ਇਨ ਮੈਨੀ ਅਦਰ ਵੇਜ਼। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਖਰੀਦ ਕੇ ਦਿੰਦੀ ਸੀ ਅਤੇ ਹੋਰ ਵੀ ਇਕੁਇਪਮੈਂਟ ਜਿਹੜੀ ਵੀ ਕੋਈ ਉਹਨੂੰ ਲੋੜ ਪੈਂਦੀ, ਉਹਦੀ ਮਦਰ ਹਮੇਸ਼ਾ ਉਹਦੇ ਨਾਲ ਖੜ੍ਹਦੀ ਸੀ। ਆਈ ਵਾਜ਼ ਹਿਜ਼ ਓਨਲੀ ਕੰਪੈਨੀਅਨ ਅੰਟਲ ਹੀ ਸਟਾਰਟਡ ਸਕੂਲ, ਹਿਜ਼ ਮਦਰ ਸੈਡ। ਉਹਦੀ ਮਦਰ ਨੇ ਕਿਹਾ ਕਿ ਜਦੋਂ ਤੱਕ ਉਹ ਬੱਚਾ ਸੀ ਛੋਟਾ, ਸਕੂਲ ਨਹੀਂ ਜਾਂਦਾ ਸੀ, ਉਦੋਂ ਤੱਕ ਮੈਂ ਹੀ ਉਹਦੀ ਸਾਥੀ ਸੀ। ਆਫਟਰ ਦੈਟ ਆਈ ਵੁੱਡ ਬਰਿੰਗ ਹੋਮ ਫਰੈਂਡਸ ਫॉर ਹਿਮ। ਉਸ ਤੋਂ ਬਾਅਦ ਮੈਂ ਉਹਦੇ ਲਈ ਫਰੈਂਡਸ ਲੈ ਕੇ ਆਉਣ ਲੱਗੀ ਘਰੇ, ਠੀਕ ਹੈ। ਬਟ ਐਟ ਨਾਈਟ ਵੀ ਜਸਟ ਡਿਡ ਥਿੰਗਸ ਟੂਗੈਦਰ। ਅਤੇ ਐਟ ਨਾਈਟ, ਰਾਤ ਦੇ ਸਮੇਂ ਅਸੀਂ ਦੋਨੇ ਇਕੱਠੇ ਹੁੰਦੇ ਸੀ ਅਤੇ ਇਕੱਠੇ ਹੀ ਅਸੀਂ ਟਾਈਮ ਸਪੈਂਡ ਕਰਦੇ ਸੀ ਇੱਕ ਦੂਜੇ ਦੇ ਨਾਲ।
ਰਿਚੀ ਵੋਜ਼ ਮਾਈ ਹੋਲ ਲਾਈਫ ਆਫਟਰ ਹਿਜ਼ ਫਾਦਰ ਡਾਈਡ ਵੈਨ ਰਿਚੀ ਵੋਜ਼ ਇਨ 3rd grade। ਤਾਂ ਰਿਚੀ ਹੀ ਮੇਰੀ ਸਾਰੀ ਜ਼ਿੰਦਗੀ ਸੀ। ਜਦੋਂ ਉਸਦੇ ਫਾਦਰ ਦੀ ਡੈਥ ਹੋ ਗਈ ਸੀ ਉਹ ਉਦੋਂ 3rd grade ਦੇ ਵਿੱਚ ਸੀ। ਸ਼ੀ ਐਂਡ ਹਰ ਸਨ ਸਪੈਂਡ ਆਲਮੋਸਟ ਐਵਰੀਥਿੰਗ ਐਟ ਦ ਡਾਈਨਿੰਗ ਰੂਮ ਟੇਬਲ। ਉਹ ਅਤੇ ਉਸਦਾ ਬੇਟਾ ਸੀ ਜਿਹੜਾ ਹਮੇਸ਼ਾ ਇਕੱਠੇ ਹੀ ਡਾਈਨਿੰਗ ਟੇਬਲ ਦੇ ਉੱਤੇ ਬੈਠਦੇ ਸੀ ਅਤੇ ਹਰ ਕੰਮ ਇਕੱਠੇ ਕਰਦੇ ਸੀ। ਇਫ ਹੀ ਡਿਡ ਨੋਟ ਹੈਵ ਨਥਿੰਗ ਟੂ ਡੂ ਆਈ ਫਾਊਂਡ ਵਰਕ ਫॉर ਹਿਮ। ਜੇ ਉਹਦੇ ਕੋਲ ਕੋਈ ਵੀ ਕੰਮ ਕਰਨ ਲਈ ਨਹੀਂ ਹੁੰਦਾ ਸੀ ਮੈਂ ਉਹਨੂੰ ਕੰਮ ਲੱਭ ਕੇ ਦਿੰਦੀ ਸੀ। ਨੋਟ ਫਿਜ਼ੀਕਲ ਵਰਕ, ਕੋਈ ਫਿਜ਼ੀਕਲ ਕੰਮ ਨਹੀਂ, ਬਟ ਲਰਨਿੰਗ ਥਿੰਗਸ, ਕੁਛ ਸਿੱਖਣ ਦੇ ਲਈ ਕੋਈ ਨਾ ਕੋਈ ਕੰਮ ਉਹਨਾਂ ਨੂੰ ਦੇ ਦਿੰਦੀ ਉਹ। ਹਿਜ਼ ਮਦਰ ਸੈਡ, ਉਸਦੀ ਮਦਰ ਨੇ ਕਿਹਾ ਹੀ ਲਾਈਕਡ ਇਟ, ਉਹ ਇਹ ਕਰਦਾ, ਉਹਨੂੰ ਪਸੰਦ ਵੀ ਕਰਦਾ ਸੀ। ਵਾਂਟਡ ਟੂ ਲਰਨ, ਅਤੇ ਕੁਛ ਉਹ ਸਿੱਖਣਾ ਵੀ ਚਾਹੁੰਦਾ ਸੀ। ਐਂਡ ਲਰਨ ਹੀ ਡਿਡ, ਅਤੇ ਉਹਨੇ ਸਿੱਖ ਕੇ ਕੁਛ ਕੀਤਾ ਵੀ। ਹੀ ਅਰਨਡ ਟੋਪ ਗ੍ਰੇਡਸ ਇਨ ਸਕੂਲ, ਹਮੇਸ਼ਾ ਸਕੂਲ ਦੇ ਵਿੱਚ ਫਸਟ ਆਉਂਦਾ ਸੀ ਔਨ ਐਵਰੀ ਡੇ ਥਿੰਗਸ। ਹੀ ਵੋਜ਼ ਜਸਟ ਲਾਈਕ ਐਵਰੀ ਅਦਰ ਕਿਡ, ਹਿਜ਼ ਮਦਰ ਸੈਡ। ਤਾਂ ਬਾਕੀ ਕੰਮਾਂ ਦੇ ਵਿੱਚ ਉਹ ਬਾਕੀ ਬੱਚਿਆਂ ਦੇ ਵਾਂਗ ਨੋਰਮਲ ਸੀ, ਉਸਦੀ ਮਦਰ ਨੇ ਕਿਹਾ। ਬਾਏ ਦਾ ਟਾਈਮ ਹੀ ਵੋਜ਼ ਇਨ ਦ 2nd grade, ਜਦੋਂ ਉਹ 2nd grade ਦੇ ਵਿੱਚ ਸੀ, ਇਬਰਾਈਟ ਹੈਡ ਕਲੈਕਟਡ ਆਲ 25 ਸਪਾਈਸਿਸ ਆਫ ਬਟਰਫਲਾਈਜ਼ ਫਾਊਂਡ ਅਰਾਊਂਡ ਹਿਜ਼ ਹੋਮ ਟਾਊਨ। ਤਾਂ ਜਦੋਂ ਜਿਹੜਾ ਇਬਰਾਈਟ ਸੀ ਉਹ 25 ਉਹ 3rd grade ਦੇ ਵਿੱਚ ਸੀ, 2nd grade ਦੇ ਵਿੱਚ ਸੀ ਸੋਰੀ, ਤਾਂ ਉਸਨੇ 25 ਜਾਤੀਆਂ ਸੀ ਅਲੱਗ ਅਲੱਗ ਜਿਹੜੀਆਂ ਬਟਰਫਲਾਈਜ਼ ਦੀਆਂ ਇਕੱਠੀਆਂ ਕੀਤੀਆਂ ਸੀ ਆਪਣੇ ਘਰ ਦੇ ਆਲੇ ਦੁਆਲੇ। ਤਾਂ ਆਹ ਜਿਹੜੀਆਂ ਚੀਜ਼ਾਂ ਨੇ ਇਹ ਬਟਰਫਲਾਈ ਦੀਆਂ ਅਲੱਗ ਅਲੱਗ ਸਪਾਈਸਿਸ ਲਿਖੀਆਂ ਹੋਈਆਂ, ਠੀਕ ਹੈ, ਵੀ ਕਿਹੜੀਆਂ ਕਿਹੜੀਆਂ ਉਹਨੇ ਆਪਣੇ ਘਰ ਦੇ ਆਲੇ ਦੁਆਲੇ ਕਲੈਕਟ ਕੀਤੀਆਂ ਸੀ। ਦੈਟ ਪ੍ਰੋਬੇਬਲੀ ਵੁੱਡ ਹੈਵ ਬੀਨ ਦ ਐਂਡ ਆਫ ਦ ਬਟਰਫਲਾਈ ਕਲੈਕਟਿੰਗ। ਤਾਂ ਉਹ ਚੀਜ਼ ਜਿਹੜੀ ਕਿ ਹਮੇਸ਼ਾ ਕਾਹਦੇ ਨਾਲ ਖਤਮ ਹੋਈ, ਬਟਰਫਲਾਈਜ਼ ਨੂੰ ਕਲੈਕਟ ਕਰਨ ਦੇ ਲਈ। ਹੀ ਸੈਡ, ਉਸਨੇ ਕਿਹਾ। ਬਟ ਦੈਨ ਮਾਈ ਮਦਰ ਗੋਟ ਮੀ ਅ ਚਿਲਡਰਨਸ ਬੁੱਕ ਕੋਲਡ ਦ ਟਰੈਵਲਸ ਆਫ ਮੋਨਾਰਕ ਐਕਸ। ਤਾਂ ਉਸ ਤੋਂ ਬਾਅਦ ਉਹਦੀ ਮਦਰ ਨੇ ਉਹਨੂੰ ਇੱਕ ਬੁੱਕ ਲਿਆ ਕੀਤੀ ਜਿਹਦਾ ਨਾਮ ਸੀ ਦ ਟਰੈਵਲ ਆਫ ਮੋਨਾਰਕ ਐਕਸ। ਦੈਟ ਬੁੱਕ ਵਿਚ ਟੋਲਡ ਹਾਊ ਮੋਨਾਰਕ ਬਟਰਫਲਾਈਜ਼ ਮਾਈਗ੍ਰੇਟ ਟੂ ਸੈਂਟਰਲ ਅਮੈਰੀਕਾ। ਉਸ ਬੁੱਕ ਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਬਟਰਫਲਾਈਜ਼ ਸੀਗੀਆਂ ਉਹ ਕਿਵੇਂ ਮਾਈਗ੍ਰੇਟ ਹੋਈਆਂ ਸੈਂਟਰਲ ਅਮਰੀਕਾ ਦੇ ਵਿੱਚ। ਓਪਨ ਦਾ ਵਰਲਡ ਆਫ ਸਾਇੰਸ ਟੂ ਦ ਈਗਰ ਯੰਗ ਕਲੈਕਟਰ। ਤਾਂ ਉਹਦੇ ਲਈ ਇੱਕ ਸਾਇੰਸ ਦਾ ਨਵਾਂ ਦਰਵਾਜ਼ਾ ਖੁੱਲ੍ਹ ਗਿਆ, ਵਰਲਡ ਆਫ ਸਾਇੰਸ। ਸਾਇੰਸ ਨੂੰ ਸਿੱਖਣ ਦਾ ਉਸਨੂੰ ਇੱਕ ਨਵਾਂ ਮੌਕਾ ਮਿਲਿਆ ਉਹਨੂੰ ਆਪਣੀਆਂ ਕਲੈਕਸ਼ਨਸ ਜਿਹੜੀਆਂ ਸੀ ਕਲੈਕਸ਼ਨਸ ਤੋਂ।